खालसा वाहिगुरु जी की फतेह। कहाँ बुध प्रभ तुष हमारी, बरन सकै महिमा जो तिहारी। हम ना सकत कर सिफत तुम्हारी, आप लिहो तुम कथा सुधारी। आप लिहो तुम कथा सुधारी। जुगो जुग अटल चवर छतर तख दे मालक, कलयुग के जहाज बाणी के बोहित, हलत पलत के रक्षक। शब्द गुरु जगत गुरु साहिब श्री गुरु ग्रंथ साहिब जियां दी हजूरी अंदर तीसरे पातशाह श्री गुरु अमरदास साहिब जी दे प्रकाश पुरब नूं मनाउण वास्ते सतगुरां दी याद विच इकत्तर होई गुरु प्यारी गुरु सवारी साध संगत जीओ। भाई साहब भाई गुरदास जी कथन करते हैं, कुरबानी तिन्ना गुरसिखां पाओ भगत कर गुरपुरब करंदे। उन्हां गुरसिखां तो कुरबान हाँ, बलहार हाँ, जिहड़े शरधा भावना करके अपने गुरु साहिबान दे गुरपुरब मनाया करते हैं। गुरपुरब मनाउण दा भावार्थ सानू समझना पेगा। वड्डे वड्डे पंडाल सजा लैने, कई किस्म दे पकवान बना लैने। गुरपुरब मनाउण दा भावार्थ कल्ला ये नहीं है। गुरपुरब मनाउण दा भावार्थ ये है कि अज असी ज़्यादा तो ज़्यादा गुरु अमरदास पातशाह जी दे इतिहास नूं विचार सकीए ते अपने हिरदियां च झात मार सकीए कि आपां गुरु अमरदास पातशाह जी दे पाए होए पूरनिया ते किन्ना क जीवन नूं ढालिया होया है। जे नहीं ढाल सके तो अज अरदास करके जाइए, प्रण करिए कि सतगुरु महाराज कृपा करो असी आप जी दे पाए पूरनिया ते चल सकीए। श्री गुरु अमरदास पातशाह जी महाराज सतगुरु गुरु नानक साहब महाराज तो शरीरक आरजू करके तकरीबन 10 साल छोटे हैं। गुरु नानक साहब महाराज का 1469 का प्रकाश है तो गुरु अमरदास पातशाह जी महाराज का मई महीने का 1479 का प्रकाश है। पिंड बासरके है, अमृतसर दे कोल छिहाटे दे कोल पैंदा है पिंड बासरके। और आप जी दे पिता का नाम तेजभान जी है, माता का नाम सुलखणी है। माता सुलखणी की कुख तो आप जी का प्रकाश होया है। आप जी दे महल माता रामो जी हैं ते सतगुरु गुरु अमरदास पातशाह जी दे 2 पुत्र हैं, बाबा मोहन जी ते बाबा मोहरी जी। 2 पुत्रियां हैं, बीबी दानी जी ते बीबी भानी जी। हुण गुरु अमरदास पातशाह जी महाराज दे परथाए गुरु ग्रंथ साहिब दे विच भट्ट साहिबान दा शब्द है। श्री गुरु ग्रंथ साहिब महाराज दे 1396 अंग ते कन हर बूंद बसो रुमावल, कुसम बसंत गनंत न आवै। जिस तरह बरसात दियां बूंदां धरती ते पैंदियां हन,
ਕਨਹਰ ਬੂੰਦ ਬਸੋ ਰੁਮਾਵਲ। ਜਿਸ ਤਰ੍ਹਾਂ ਬਰਸਾਤ ਦੀਆਂ ਬੂੰਦਾਂ ਧਰਤੀ 'ਤੇ ਪੈਂਦੀਆਂ ਹਨ ਤੇ ਉਹਨਾਂ ਬੂੰਦਾਂ ਨੂੰ ਕੋਈ ਗਿਣਤੀ ਨਹੀਂ ਕਰ ਸਕਦਾ, ਤੇ ਜਿਸ ਤਰ੍ਹਾਂ ਫਿਰ ਬਨਸਪਤੀ ਦੇ ਅੰਦਰ ਫੁੱਲ ਖਿਲਦੇ ਹਨ, ਉਹਨਾਂ ਫੁੱਲਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਕਨਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਬਨਸਪਤੀ ਦੇ ਪੱਤਿਆਂ ਤੇ ਫੁੱਲਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ, ਤੇ ਜਿਹੜੀਆਂ ਬਰਸਾਤ ਦੀਆਂ ਬੂੰਦਾਂ ਪੈਂਦੀਆਂ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਦੂਸਰੀ ਉਦਾਹਰਨ ਦਿੰਦੇ ਹਨ ਭੱਟ ਸਾਹਿਬਾਨ, ਰਵ ਸਸ ਕਿਰਨ ਉਦਰ ਸਾਗਰ ਕੋ। ਜਿਸ ਤਰ੍ਹਾਂ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਹਨ, ਇਹਨਾਂ ਕਿਰਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਉਦਰ ਸਾਗਰ ਕੋ, ਜਿਸ ਤਰ੍ਹਾਂ ਸਮੁੰਦਰ ਹੈ, ਸਮੁੰਦਰ ਦੇ ਪੇਟ ਨੂੰ ਨਾਪਣਾ ਹੋਵੇ ਦੀ ਡੂੰਘਾਈ ਨੂੰ, ਤੇ ਉਹਨੂੰ ਵੀ ਕੋਈ ਨਾਪ ਨਹੀਂ ਸਕਦਾ। ਗੰਗ ਤਰੰਗ ਅੰਤ ਕੋ ਪਾਵੈ। ਜਿਵੇਂ ਗੰਗਾ ਦੀਆਂ ਲਹਿਰਾਂ ਹਨ, ਉਹਨਾਂ ਤਰੰਗਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਜਿਹਨੂੰ ਗੁਰੂ ਸਾਹਿਬ ਆਖਦੇ ਹਨ, ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਿਛ ਨਾਹੀ। ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹੀ। ਜਿਸ ਤਰ੍ਹਾਂ ਹਰੀ ਤੇ ਹਰੀ ਦੇ ਭਗਤ ਇਵੇਂ ਇੱਕ ਹਨ, ਜਿਵੇਂ ਜਲ ਤੋਂ ਇੱਕ ਤਰੰਗ ਉੱਠਦੀ, ਲਹਿਰ ਉੱਠਦੀ ਹੈ, ਫਿਰ ਜਲ ਦਾ ਹੀ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਹਰੀ ਤੇ ਹਰੀ ਦੇ ਭਗਤ ਇੱਕੋ ਹੀ ਹਨ, ਭਾਵ ਕਿ ਇਵੇਂ ਜਲ ਦੀਆਂ ਤਰੰਗਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਰੁਦਰ ਧਿਆਨ ਗਿਆਨ ਸਤਿਗੁਰ ਕੇ। ਹੁਣ ਜਿਵੇਂ ਸ਼ਿਵਜੀ ਮਹਾਰਾਜ ਸਮਾਧੀ ਲਾ ਕੇ ਬੈਠਦੇ ਹੁੰਦੇ ਸੀ, ਸ਼ਿਵਜੀ ਮਹਾਰਾਜ ਦੀ ਸਮਾਧੀ ਦਾ ਬੜਾ ਜ਼ਿਕਰ ਆਉਂਦਾ ਕਿ ਉਹ ਬੜੀ ਲੰਬੀ ਸਮਾਧੀ ਲਾਉਂਦੇ ਹੁੰਦੇ ਸੀ। ਹੁਣ ਸ਼ਿਵਜੀ ਮਹਾਰਾਜ ਵਰਗਾ ਕੋਈ ਲੰਬੀ ਸਮਾਧੀ ਲਾਉਣ ਵਾਲਾ ਸਮਾਧੀ ਲਾ ਲਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਤੇ ਕੋਈ ਸਤਿਗੁਰ ਦੀ ਕਿਰਪਾ ਦੇ ਨਾਲ ਗਿਆਨ ਹਾਸਲ ਕਰ ਲਵੇ। ਕਬ ਜਲ ਭਨ ਉਨਹੋਂ ਜੋ ਗਾਵੈ। ਤੇ ਜੇ ਕੋਈ ਸਤਿਗੁਰਾਂ ਦੇ ਕੋਲੋਂ ਗਿਆਨ ਹਾਸਲ ਕਰਕੇ ਇਹਨਾਂ ਚੀਜ਼ਾਂ ਨੂੰ ਗਾ ਵੀ ਲਵੇ, ਕੋਈ ਸੂਰਜ ਦੀਆਂ ਕਿਰਨਾਂ ਦਾ ਵੀ ਅੰਤ ਪਾ ਲੇ, ਕੋਈ ਬਨਸਪਤੀ ਨੂੰ ਵੀ ਗਿਣਤੀ ਕਰ ਲਵੇ, ਤੇ ਆਖਦੇ ਹਨ ਭੱਲੇ ਅਮਰਦਾਸ ਗੁਣ ਤੇਰੇ। ਪਰ ਭੱਲਿਆਂ ਦੀ ਕੁੱਲ ਦੇ ਵਿੱਚ ਪ੍ਰਗਟ ਹੋਣ ਵਾਲੇ ਗੁਰੂ ਅਮਰਦਾਸ ਪਾਤਸ਼ਾਹ, ਜਿਹੜੇ ਤੇਰੇ ਗੁਣ ਹਨ, ਜਿਹੜੇ ਆਪ ਜੀ ਦੇ ਗੁਣ ਹਨ, ਤੇਰੀ ਉਪਮਾ ਤੋਹੇ ਬਨ ਆਵੈ। ਜਿਹੜੀ ਤੇਰੀ ਵਡਿਆਈ ਹੈ ਉਹ ਤੁਸੀਂ ਆਪ ਹੀ ਜਾਣ ਸਕਦੇ ਹੋ, ਉਹਨੂੰ ਹੋਰ ਕੋਈ ਬਿਆਨ ਕਰਕੇ ਦਾਤਾ ਜੀ ਕਹਿ ਨਹੀਂ ਸਕਦਾ, ਕੋਈ ਦੱਸ ਨਹੀਂ ਸਕਦਾ। ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਹਰ ਸਾਲ ਸਾਲਾਨਾ ਯਾਤਰਾ 'ਤੇ ਜਾਇਆ ਕਰਦੇ ਸਨ, ਵੈਸ਼ਨੂ ਦੇਵੀ ਜਾਇਆ ਕਰਦੇ ਸਨ ਹਰ ਸਾਲ ਸਾਲਾਨਾ ਯਾਤਰਾ ਦੇ ਉੱਤੇ। ਤੇ ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਬਜ਼ੁਰਗ ਅਵਸਥਾ ਹੈ। ਜਦੋਂ ਆਪਾਂ ਆਖ ਦਿੰਦੇ ਬਾਪੂ ਦਾ ਆਰਾਮ ਕਰਨ ਦਾ ਵੇਲਾ ਹੈ, ਤੇ ਅੱਜ ਗੁਰੂ ਅਮਰਦਾਸ ਪਾਤਸ਼ਾਹ ਯਾਤਰਾ ਤੋਂ ਵਾਪਸ ਪਰਤੇ, ਤੇ ਨਾਲ ਉਹਨਾਂ ਦਾ ਇੱਕ ਬੜਾ ਹੀ ਪਿਆਰਾ ਮਿੱਤਰ ਪੰਡਤ ਜੀ ਆਇਆ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਰੀਤੀ ਰਿਵਾਜ ਦੇ ਅਨੁਸਾਰ ਇੱਕ ਪਾਣੀ ਦਾ ਕੌਲਾ ਲਿਆ ਕੇ ਆਪਣੇ ਮਿੱਤਰ ਨੂੰ ਜਲ ਛਕਾਇਆ। ਤੇ ਜਦੋਂ ਜਲ ਪਕੜਿਆ ਨਾ ਕੌਲਾ ਉਹਨਾਂ ਨੇ, ਤੇ ਉਹਨਾਂ ਪੁੱਛਿਆ, ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਹਨ ਕਿ ਮੈਂ ਅਜੇ ਤੱਕ ਆਪਣਾ ਗੁਰੂ ਕਿਸੇ ਨੂੰ ਧਾਰਨ ਕੀਤਾ ਹੀ ਨਹੀਂ। ਜਿਵੇਂ ਇੱਕ ਪੁਰਾਤਨ ਅਖਾਣ ਹੋਇਆ ਕਰਦਾ ਸੀ, ਸ਼ਾਹ ਬਿਨਾ ਪਤਨੀ ਤੇ ਗੁਰੂ ਬਿਨਾ ਗਤ ਨਹੀਂ। ਤੇ ਗੁਰੂ ਸਾਹਿਬ ਵੀ ਆਖਦੇ, ਨਗੁਰੇ ਕਾ ਹੈ ਨਾਉ ਬੁਰਾ।
ਨਗੁਰੇ ਵਿਅਕਤੀ ਦਾ ਤੇ ਨਾਂ ਲੈਣਾ ਵੀ ਬੁਰਾ। ਹੁਣ ਆਪਣੇ 'ਚ ਕਿੰਨੇ ਕੁ ਨਗੁਰੇ ਬੈਠੇ, ਜਰਾ ਕਿ ਧਿਆਨ ਧਰਿਓ। ਮੈਂ ਕਈ ਵਾਰ ਜ਼ਿਕਰ ਕਰਦਾ ਹੁੰਦਾ ਨਾ ਕਿ ਗੁਰਦੁਆਰਾ ਸਾਹਿਬ ਆਉਂਦੇ ਹੋ, ਮੰਦਿਰ ਵੀ ਜਾਇਆ ਕਰੋ, ਮਸਜਿਦ ਵੀ ਜਾਇਆ ਕਰੋ, ਚਰਚ ਵੀ ਜਾਇਆ ਕਰੋ, ਪਰ ਜਾ ਕੇ ਇੱਕ ਇੱਕ ਸਵਾਲ ਹੀ ਕਰ ਦਿਓ ਕਿ ਆਪਾਂ ਕਿਤੇ ਨਗੁਰੇ ਤੇ ਨਹੀਂ ਬੈਠੇ ਹੋਏ। ਜਿੰਨਾ ਚਿਰ ਹਿੰਦੂ ਭਾਈ ਮੁੰਡਨ ਸੰਸਕਾਰ ਨਹੀਂ ਹੁੰਦਾ ਉਹਨਾਂ ਚਿਰ ਹਿੰਦੂ ਨਹੀਂ ਮੰਨਿਆ ਜਾਂਦਾ। ਉਹਨੂੰ ਮੁੰਡਨ ਕਰਾਉਣਾ ਪੈਂਦਾ ਬੱਚੇ ਨੂੰ, ਜ਼ਰੂਰੀ ਸੰਸਕਾਰ ਹੈ ਉਹਨਾਂ ਦਾ। ਤੇ ਅੱਜ ਤੁਸੀਂ ਜਾ ਕੇ ਪੰਡਿਤ ਜੀ ਨੂੰ ਪੁੱਛਿਓ ਕਿ ਪੰਡਿਤ ਜੀ ਮੈਂ ਵੀ ਹਿੰਦੂ ਹਾਂ, ਹਿੰਦੂ ਪਰਿਵਾਰ ਵਿੱਚੋਂ, ਪੁੱਛੇਗਾ ਮੁੰਡਨ ਹੋਇਆ? ਤੁਸੀਂ ਕਹੋਗੇ ਨਹੀਂ ਹੋਇਆ। ਉਹ ਕਹੇਗਾ ਤੂੰ ਤੇ ਸਿੱਖ ਹੀ ਦਿਖਦਾ ਮੈਨੂੰ, ਭਾਵੇਂ ਝੂਠ ਹੀ ਬੋਲੀ ਜਾਣਾ। ਫਿਰ ਚਲਿਆ ਜਾਇਓ ਮਸਜਿਦ ਦੇ ਵਿੱਚ, ਮੌਲਵੀ ਸਾਹਿਬ ਮੈਂ ਸੱਚਾ ਸੁੱਚਾ ਮੁਸਲਮਾਨ ਹਾਂ, ਆ ਫੋਟੋਆਂ ਵੇਖ ਲਾ, ਭਾਵੇਂ ਜ਼ਕਰੀਆ ਖਾਨ ਦੀ ਵੀ ਦਾੜੀ ਇਸੇ ਤਰ੍ਹਾਂ ਹੁੰਦੀ ਸੀ, ਮੈਂ ਵੀ ਉਸੇ ਤਰ੍ਹਾਂ ਹੀ ਕਟਾਈ ਆ ਦੇਖ ਲਾ, ਭਾਵੇਂ ਔਰੰਗਜ਼ੇਬ ਦੀ ਦਾੜੀ ਇਸੇ ਤਰ੍ਹਾਂ ਉਹ ਵੀ ਮੁੱਛਾਂ ਕਟਾਉਂਦਾ, ਮੈਂ ਵੀ ਕਟਾ ਰੱਖੀਆਂ। ਤੇ ਉਹ ਕਹੇਗਾ ਤੇਰੀ ਸੁਨਨਤ ਹੋਈ? ਤੁਸੀਂ ਕਹੋਗੇ ਨਹੀਂ। ਉਹ ਕਹੇਗਾ ਜਾ ਚਲਿਆ ਜਾ, ਝੂਠ ਨਾ ਬੋਲ, ਤੂੰ ਮੁਸਲਮਾਨਾਂ ਵਾਂਗ ਭਾਵੇਂ ਮੂੰਹ ਸਿਰ ਤੇ ਮਨਾਈ ਫਿਰਦਾ ਪਰ ਲੱਗਦਾ ਸਿੱਖ ਹੈ, ਤੂੰ ਮੁਸਲਮਾਨ ਨਹੀਂ ਹੈ, ਸੱਚਾ ਮੁਸਲਮਾਨ ਨਹੀਂ ਹੈਗਾ। ਤੇ ਜਦੋਂ ਉਹ ਵੀ ਨਾ ਐਕਸੈਪਟ ਕਰਨਗੇ, ਫਿਰ ਚੱਲਿਆ ਜਾਵੀਂ ਭੋਲਾ ਭਟਕਿਆ ਚਰਚ ਦੇ ਵਿੱਚ, ਜਾ ਕੇ ਆਖੀ ਪਾਦਰੀ ਸਾਹਿਬ ਮੈਂ ਸੱਚਾ ਸੁੱਚਾ ਈਸਾਈ ਹਾਂ। ਉਹ ਪੁੱਛੇਗਾ ਭਲਿਆ ਬਪਤਿਸਮਾ ਲਿਆਈਓ? ਤੂੰ ਕਹੇਗਾ ਨਹੀਂ। ਉਹ ਕਹੇਗਾ ਨਹੀਂ ਤੂੰ ਈਸਾਈ ਨਹੀਂ ਹੈਗਾ, ਭਾਵੇਂ ਈਸਾਈਆਂ ਵਾਂਗੂ ਸਿਰ ਮਨਾਈ ਫਿਰਦਾ ਪਰ ਈਸਾਈ ਨਹੀਂ ਆ ਤੂੰ। ਫਿਰ ਇੱਥੇ ਖੜਾ ਹੋ ਜੀ ਆ ਕੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ। ਜੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਤੂੰ, ਫਿਰ ਇੱਥੇ ਖੜਾ ਹੋ ਜਾਈ। ਸਾਡੇ ਜਨਮ ਤੋਂ ਪਹਿਲਾਂ ਸਾਡੀ ਮਾਂ ਇੱਥੇ ਖੜੀ ਹੋਈ, ਆ ਕੇ ਅਰਦਾਸ ਕੀਤੀ, ਉਹਨੇ ਝੋਲੀ ਅੱਡ ਕੇ ਆਖਿਆ ਮੈਨੂੰ ਇੱਕ ਪੁੱਤਰ ਦੀ ਦਾਤ ਦੇ ਦਿਓ। ਉਹ ਸਥਾਨ ਹੈ ਜਿੱਥੇ ਜਨਮ ਤੋਂ ਪਹਿਲਾਂ ਮਾਵਾਂ ਆ ਕੇ ਖੜ ਕੇ ਅਰਦਾਸਾਂ ਕਰਦੀਆਂ, ਇੱਕ ਪੁੱਤ ਦੇ ਦਿਓ। ਪੁੱਛੋ ਕਿਤੇ ਉਹਨਾਂ ਮਾਵਾਂ ਨੂੰ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਤੁਹਾਡੇ ਘਰ ਔਲਾਦ ਨਹੀਂ ਹੋ ਸਕਦੀ। ਜਦੋਂ ਸਾਰੇ ਡਾਕਟਰ ਜਵਾਬ ਦੇ ਦਿੰਦੇ ਨਾ, ਉਦੋਂ ਫਿਰ ਬੰਦਾ ਕਿੱਥੇ ਜਾਂਦਾ? ਮੇਰਾ ਵੈਦ ਗੁਰ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟ ਜਮ ਕੀ ਫੰਦਾ। ਉਦੋਂ ਫਿਰ ਗੁਰੂ ਚਰਨਾਂ 'ਚ ਆ ਕੇ ਅਰਦਾਸ ਕਰੀਦੀ ਆ ਕਿ ਮਹਾਰਾਜ ਕਰ ਦਿਓ ਕਿਰਪਾ, ਭਰ ਦਿਓ ਝੋਲੀਆਂ। ਇਹ ਉਹ ਸਥਾਨ ਹੈ ਜਿੱਥੇ ਸਾਡੇ ਜਨਮ ਤੋਂ ਪਹਿਲਾਂ ਸਾਡੀ ਅਰਦਾਸ ਹੋਈ ਤੇ ਜਿੱਥੇ ਸਾਡੀ ਮੌਤ ਤੋਂ ਬਾਅਦ ਵੀ ਸਾਡੀ ਅਰਦਾਸ ਹੋਣੀ। ਇਹ ਉਹ ਸਥਾਨ ਹੈ। ਜਦੋਂ ਦੁਨੀਆ ਤੋਂ ਚਲੇ ਜਾਈਦਾ ਨਾ, ਉਦੋਂ ਫਿਰ ਸੰਬੰਧੀ ਇੱਥੇ ਆ ਕੇ ਹੱਥ ਜੋੜ ਕੇ ਖੜ ਜਾਂਦੇ ਆ, ਫਿਰ ਝੂਠੀਆਂ ਹੀ ਅਰਦਾਸਾਂ ਕਰੀ ਜਾਂਦੇ। ਪਤਾ ਕੀ ਆਖਣਗੇ? ਸਤਿਗੁਰੂ, ਮੇਰੇ ਵਰਗਾ ਗਾਤਰੇ ਵਾਲਾ ਵੀ ਝੂਠ ਹੀ ਬੋਲੀ ਜਾਂਦਾ ਖੜ ਕੇ, ਸਤਿਗੁਰੂ ਆਪ ਜੀ ਦੇ ਚਰਨਾਂ ਦਾ ਸੇਵਕ, ਆਪ ਜੀ ਦੇ ਚਰਨਾਂ 'ਚ ਜਾ ਬਰਾਜਿਆ। ਉਹ ਸੇਵਕ ਤੇ ਬਣਿਆ ਹੀ ਨਹੀਂ। ਉਹ ਨਾ ਉਹ ਹਿੰਦੂ ਧਰਮ ਦੇ ਅਨੁਸਾਰ ਸੀ, ਨਾ ਉਹ ਮੁਸਲਮਾਨ ਧਰਮ ਦੇ ਅਨੁਸਾਰ ਸੀ, ਨਾ ਉਹ ਈਸਾਈ ਧਰਮ ਦੇ ਅਨੁਸਾਰ ਸੀ, ਨਾ ਉਹ ਸਿੱਖ ਧਰਮ ਦੇ ਅਨੁਸਾਰ ਸੀ। ਉਹ ਤੇ ਨਾਈ ਦੇ ਅਨੁਸਾਰ ਸੀ। ਨਾਈ ਅੱਗੇ ਜਾ ਕੇ ਅਰਦਾਸ ਕਰ ਦਿਓ। ਤੇ ਫਿਰ ਮੋਹਰ ਪਤਾ ਕੀ ਲਾਉਂਦੇ ਆਪਾਂ? ਕਹਿੰਦੇ ਸਵਰਗਵਾਸੀ ਫਲਾਨਾ ਸਿੰਘ। ਜਿਵੇਂ ਆਪਾਂ ਆਪ ਜਾ ਕੇ ਉਹਨੂੰ ਸਵਰਗਾਂ 'ਚ ਛੱਡ ਕੇ ਆਏ ਹੁੰਦੇ ਨਾ, ਐਵੇਂ ਕਹਿਣਗੇ ਸਵਰਗਵਾਸੀ ਫਲਾਨਾ ਸਿੰਘ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਉਹਨੇ ਛੱਡਿਆ ਹੀ ਕੁਛ ਨਹੀਂ ਦੁਨੀਆ 'ਤੇ, ਫਿਰ ਵੀ ਅਸੀਂ ਗੁਰੂ ਹਜ਼ੂਰੀ 'ਚ ਆ ਕੇ ਬੋਰਡ ਲਿਖ ਕੇ ਲਾਇਆ ਹੁੰਦਾ, ਫੋਟੋ 'ਤੇ ਲਿਖਿਆ ਹੁੰਦਾ ਸਵਰਗਵਾਸੀ ਫਲਾਨਾ ਸਿੰਘ। ਇੱਕ ਸਾਡੀ ਮਨਮਤ ਹੋਰ ਦੇਖ ਲਓ, ਇੱਥੇ ਸਾਹਮਣੇ ਲਿਆ ਕੇ ਨਾ ਫੋਟੋ ਰੱਖ ਦੇਣਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਤੇ ਆਖਣਗੇ ਜੀ ਫੋਟੋ ਰੱਖੋ ਇੱਥੇ ਸਾਹਮਣੇ ਉਹਦੀ। ਅੱਛਾ, ਜੋ ਅਸਲ ਚੀਜ਼ ਸੀ ਉਹ ਤੇ ਚਲੀ ਗਈ, ਫੋਟੋ ਰੱਖ ਕੇ ਕੀ ਕਰੋਗੇ ਸਾਹਮਣੇ? ਅੱਜ ਵੀ ਇੰਨੀ ਮਨਮਤ ਹੈ ਫੋਟੋ ਰੱਖਣ ਦਾ। ਮਤਲਬ ਪਤਾ ਕੀ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਆਪਾਂ ਉਸ ਮ੍ਰਿਤਕ ਪ੍ਰਾਣੀ ਦੀ ਫੋਟੋ ਨੂੰ ਮੱਥੇ ਟੇਕੀ ਜਾਂਦੇ ਹਾਂ। ਆ ਪਿੱਛੇ ਮੈਂ ਗਿਆ ਇੱਕ ਮਰਗ ਦੇ ਉੱਤੇ, ਤੇ ਉਹ ਸਾਡੇ ਸਤਿਕਾਰਯੋਗ ਚਾਚਾ ਜੀ ਸੀ। ਉਹ ਕਹਿੰਦੇ ਜੀ ਚਾਚੀ ਤੁਹਾਡੀ ਦੀ ਕਹਿੰਦੇ ਫੋਟੋ ਰੱਖਣੀ ਆ। ਮੈਂ ਫਿਰ ਉਹਨਾਂ ਨੂੰ ਦੱਸਿਆ, ਮੈਂ ਕਿਹਾ ਸਾਡੇ ਪਰਿਵਾਰ 'ਚ ਜਵਾਨ ਮੌਤ ਹੋਈ ਸੀ। ਮੈਂ ਉਦੋਂ ਵੀ ਦੱਸਿਆ ਸੀ ਨਹੀਂ, ਇਹਦਾ ਮਤਲਬ ਕੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਜਿਹੜਾ ਪ੍ਰਾਣੀ ਚੜ੍ਹਾਈ ਕਰ ਚੁੱਕਿਆ ਉਹਦੀ ਫੋਟੋ ਨੂੰ ਮੱਥਾ ਟਿਕਾਵਾਂ? ਉਹ ਫੋਟੋ ਵਿੱਚ ਨਹੀਂ ਆ,
ਉਹ ਤੇ ਚਲਾ ਗਿਆ। फोटो तो गुरु साहब दी नूं भी मानता नहीं है। इत्थे आ दरबार च फोटो लाउण दा हुक्म नहीं है गुरु साहब दी नूं, फोटो नूं मत्था टेकण दा हुक्म नहीं है सानूं। फोटोआं लाउणियां तुसीं अजायब घरां च ला सकदे हो। इस करके गुरु ग्रंथ साहब दी हजूरी च किसी दी फोटो रख के उन्होंने मत्था टेकना ये गुरु दी नरादरी है, ये मनमत है। सो ऐसे आके सामने फिर गुरु साहब नूं आखीए कि महाराज मैं मस्जिद गया सी, मैनू उन्होंने कबूलिया नहीं। वो कहते सी तेरी सुन्नत नहीं, तू साडा नहीं है। मैं मंदिर गया सी, वो कहते तेरा मुंडन नहीं है, तू साडा भी नहीं आ। मैं चर्च गया सी, वो कहते तेरा बपतिस्मा नहीं, तू साडा भी नहीं आ। हुण मैं तेरा वां, तेरे कोल आया। तो मैं किसी विद्वान की गल ही ना करा, गुरु गोबिंद सिंह की कलम की गल करा। गुरु गोबिंद सिंह महाराज पता की आखदे आ, कहते धरे केस पाहुल बिन पेखी मूड़ा सिख। कहते केस नहीं धारण कीते, खंडे दी पहुल नहीं लई, वो भेखी मूर्ख सिखां दा भेख धारण करके बहुरूपिया बन के बह गया। इत्थे आके इनू सिख ना मान लियो, भेखी मूड़ा जे। जिवें कहने मिलीटेंट सी, फौजी भेख च आया सी। मैं तां ये जिक्र कर रहा, हिंदू भाई हिंदू नहीं मनदा, मुसलमान भाई तुहानू मुसलमान नहीं मनदा, साई साई नहीं मनदा, गुरु गोबिंद सिंह महाराज अपना सिंह नहीं मनदे। अज गुरु गोबिंद सिंह महाराज तुहानू अपना सिंह नहीं मन रहे। किहड़े खाने च गिनती कराई बैठे हो। जेड़ा गुरु दा अज गुरपुरब मना रहे हो ना, गुरु अमरदास पातशाह नू वो पंडित जी कहंदे मैं तेरे हथों पानी नहीं पीना। जदों गुरु अमरदास ने पानी दा पड़ाया ना लोटा, कहंदे अमरदास तेरा गुरु कौन है? कहंदे मैं अजे गुरु नहीं धारण किया। तो उन्हें एकदम वो कौला थले रख दिता। कहंदे नगुरे दे हथों पानी पी लवां? कहंदे फिर की होगा? कहंदा जेड़े मैं जिंदगी च जप तप किया ना सारा जीवन भर, वो मेरा जप तप सारा ही नष्ट हो जाना। पंडित जी कहंदे मैं नगुरे दे हथों पानी नहीं पी सकदा। उस वक्त रात दे वेले ही पंडित जी उठ के ना, सच्चे सुच्चे पंडित जी सी, उठ के अपने घर नूं रात ही कूच कर गए। हुण गुरु अमरदास नूं वो एड्डी वड्डी चोट लगी, एड्डी वड्डी सट लगी। किनका एक जिस जी बसावे ताकि महिमा गनी ना आवे। सारी रात गुरु अमरदास पातशाह नूं चैन नहीं आया, सारी रात नहीं सुते। ते जदों बंदा दुखी होवे ना, ते अमृत वेले फिर बड़ा तड़फदा, क्योंकि अमृत वेला किहड़ा वेला हुंदा? अमृत वेला सच नाओ वडियाई विचार। आपां ते अपने हिसाब दे नाल गुरबाणी नूं ढालदे आ। जिहड़ी पंक्ति सानू चंगी लगी ना, असीं ओह कार दे पिछे लिखा लैने आ, ए भी दात तेरी दातार। ते उह तों पिछली पंक्ति नूं पढ़दे ही नहीं। केतिया दुख भूख सद मार, गुरबाणी की आख रही आ? केतिया दुख भूख सद मार। किन्नियां नूं दुख भुख दियां सदा ही मारां पैंदियां। ते कदे बंदा दुखी होया, जिहड़ा दुख भुख दा मरिया होया, वो अपनी मंजी दे लागे बीमार पिया, जिहड़ा बार बार थुकी जांदा, वो उत्थे लिखदा मंजी लागे तख्ती लाउंदा बोर्ड कि ए भी दात तेरी दातार। ਜਿਹੜੇ ਬੰਦੇ ਨੂੰ 2 ਟਾਈਮ ਦੀ ਰੋਟੀ नहीं मिलती, ਉਹ ਕਦੇ ਆਪਣੇ ਲਾਗੇ ਬੋਰਡ ਲਿਖ ਕੇ ਰੱਖਦਾ ਕਿ ਇਹ ਵੀ ਦਾਤ ਤੇਰੀ ਦਾਤਾਰ। ਅਸੀਂ 18 ਲੱਖ ਦੀ ਗੱਡੀ ਲੈ ਕੇ ਉੱਤੇ ਲਿਖਦੇ ਇਹ ਵੀ ਦਾਤ ਤੇਰੀ ਦਾਤਾਰ। ਪਰ ਸਤਿਗੁਰ ਨੇ ਇਹ ਸ਼ਬਦ ਕਿਹਦੇ ਵਾਸਤੇ ਵਰਤਿਆ? ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ये भी दात है तेरी, इस दात नूं भी एक्सैप्ट करना सिख लै। गुरु साहब जी महाराज आखदे असीं अपने हिसाब नाल गुरबाणी नूं मोड़ना चाहुंदे आ। मैं एक विषय तो बढ़ के छोटी जी बेनती करा, कदे गुरु ते शंका ना करया करो। आ पिछे एक ग्रंथी सिंह ने ना मंजी साहब तो कथा करदिआं आख दिता कि अज ही मैनूं फोन आया सी, एक बड़े सत्कारयोग माता जी आ फरीदकोट विच। वो कहते ज्ञानी जी जिहड़ा वाद विवाद चलन डिया ना आनंद साहब की बाणी ते, इहदे बारे की कहोगे? मैं आख्या जी वो सारा आनंद साहब ही गुरु नानक साहब की बाणी आ।
कहते तुसीं तो होर ही कह दिता। मैं क्या तुसीं दसो की कहना चाहुंदे हो। कहते एक ग्रंथी सिंह ने उत्थे मंजी साहब तो कथा करदिआं आखिया अज तक तो आपां कहने महला तीजा लिखिआ कि गुरु अमरदास पातशाह की बाणी आ, तो उतों मंजी साहब तो कथा करदिआं एक ग्रंथी सिंह ने कह दिता कि 38 पौड़ियां ते आ गुरु अमरदास साहब दियां, 39वीं पौड़ी ते आ गुरु रामदास साहब दी, ते 40वीं पौड़ी आ गुरु अर्जन देव पातशाह दी। पहली गल तो मैं बेनती करां अपने जिहड़े विद्वान आ पंथ दे, पहला ही वाद विवाद बड़ा चल रहा, किते दसम ग्रंथ नूं लैके किते होर कई गल्लां नूं लैके, ते वाद विवाद वाली विचार नहीं करनी चाहिए, संकोचना चाहिदा है। दूजी गल ये है गुरमुख प्यारिओ कि मैं उस माता जी नूं कहा कि मैं गुरु नानक ते गुरु गोबिंद सिंह महाराज विच कोई फर्क नहीं करता। मैं तो कथा च आम कहना होना तीजे नानक, छेवें नानक, 8वें नानक। और गुरु साहब महाराज ने देखो जिन्नी गुरबाणी उचारण की है उथे किते गुरु अमरदास पद नहीं वरत्या, किते गुरु रामदास नहीं वरत्या, उथे लास्ट ते नानक पद ही वरत्या गया है। नानक पातशाह दी ही मोहर लाई गई है। भावें दूसरे घर च बाणी उचारण की, भावें तीसरे घर च उचारण की, भावें चौथे घर च उचारण की। हाँ कोई ये गल आख दिंदा ना कि ये शब्द भाई गुरदास जी दा जां ये शब्द भाई मनी सिंह दा, फिर ये गल जरूर शंके वाली है सी। जदों गुरु साहब की बाणी आख्या ना तो गुरु नानक साहब तो लैके 10वें पातशाह तक ते गुरु ग्रंथ साहब तक इको ही जोत है, उन्हां विच कोई फर्क नहीं। जिहड़ा गुरु ते शंका करदा वो कदे गुरु दा सिख ही नहीं हो सकता। सो गुरु अमरदास पातशाह अपने विषय वाल मैं तुहानूं वापस लैके आवां। गुरु अमरदास पातशाह अमृत वेले बड़ी बेचैनी विच सन कि मेरी बजुर्ग अवस्था तो होगी, हुण तक मैं नगुराई फिरदा, जे पंडित जी दा मेरे नगुरे दे हथों पानी पी के जप तप सारा कुछ ही नष्ट हो रहा, तो मेरी नगुरे दी की दुर्दशा होएगी, मेरा की हाल होएगा। ते अमृत वेला होया ते कन्नां दे विच गुरबाणी दे शब्द पैणे शुरू हो गए। एक ओंकार। किते सवेरे उठ के ना इशनान पानी करके ते इस तरह बोलियो, बिल्कुल ठहरा के अंतर ध्यान हो के आराम दे नाल बोलियो, एक ओंकार सतनाम। एक बारी सारे मेरे नाल बोलियो, हाजरी लगवायो। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। जप आद सच जोगाद सच है पी सच नानक होसी पी सच। किते इस तरह बैठ के सवेरे अमृत वेले जपजी साहब दा जाप करियो। जदों इस तरह आवाज़ पई ना गुरु अमरदास साहब दे कन्नां विच उस पासे नूं चल पए ते जाके बगैर किसी वितकरे दे उत्थे बैठ गए, चौंकड़ा लग गया। बगैर किसी वितकरा में शब्द तां वरत रहा। कल आपां जेठ महीने दी कथा कीती सी, समा कढ़ के सरवण कर लिया करो। यूट्यूब खोलोगे ना तो यूट्यूब ते तुहानूं मिल जाएगी बलराज सिंह खालसा चैनल दे उत्ते ये सारियां कथावां तुहानूं सुनन वास्ते मिल जाणगियां। होर भी विषय मिल जाणगे जिहड़े तुहाडे मन च कोई शंका होएगा। जदों गुरमुख प्यारिओ उत्थे गुरु अमरदास पातशाह सतगुर जी 4 भरा हन ते एक भरा दा पुत्र है
ਭਾਈ ਗੁਰਦਾਸ ਜੀ ਜਿਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ। ਇੱਕ ਭਰਾ ਦਾ ਪੁੱਤਰ ਹੈ ਬਾਬਾ ਸਾਵਣ ਮੱਲ ਜੀ, ਜਿਹਨੂੰ ਗੁਰੂ ਸਾਹਿਬ ਨੇ ਇੱਕ ਰੁਮਾਲ ਦਿੱਤਾ ਸੀ ਜਦੋਂ ਬਾਲਣ ਦੀ ਲੱਕੜਾਂ ਦੀ ਸੇਵਾ ਲਈ ਗਏ ਸੀ, ਕਿ ਕਹਿੰਦੇ ਆ ਰੁਮਾਲ ਨਿਸ਼ਾਨੀ ਲੈ ਜਾ, ਇਹਦੇ ਵਿੱਚੋਂ ਬਖਸ਼ਿਸ਼ਾਂ ਮਿਲਿਆ ਕਰਨਗੀਆਂ। ਭਾਵ ਕਿ ਇਹ ਸਿਰੋਂ ਪਾਓ ਦੀ ਗੱਲ ਸੀ, ਭਾਵੇਂ ਜ਼ਿਕਰ ਰੁਮਾਲ ਦਾ ਆਉਂਦਾ ਹੈ। ਤੇ ਇੱਕ ਭਰਾ ਜਿਹੜਾ ਹੈ ਉਹਦਾ ਪੁੱਤਰ ਜਿਹੜਾ ਹੈ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਪੁੱਤਰੀ ਦੇ ਨਾਲ ਉਹਦਾ ਵਿਆਹ ਹੋਇਆ ਸੀ। ਤੇ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਪੁੱਤਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਭਰਾ ਦੀ ਨੂੰਹ ਉਹ ਜਪਜੀ ਸਾਹਿਬ ਦਾ ਪਾਠ ਕਰ ਰਹੀ ਸੀ। ਮੈਂ ਬਗੈਰ ਕਿਸੇ ਵਿਤਕਰੇ ਤਾਂ ਕਹਿ ਰਿਹਾ, ਉਸ ਸਮੇਂ ਲੋਕ ਜਿਹੜਾ ਸਹੁਰਾ ਜਾਂ ਸਹੁਰੇ ਦਾ ਵੱਡਾ ਭਰਾ ਹੁੰਦਾ ਸੀ, ਉਹਦੇ ਸਾਹਮਣੇ ਬੀਬੀਆਂ ਬੋਲਦੀਆਂ ਨਹੀਂ ਸੀ ਹੁੰਦੀਆਂ, ਘੁੰਡ ਕੱਢ ਕੇ ਰੱਖਿਆ ਕਰਦੀਆਂ ਸੀ। ਪਰ ਉਸ ਸਮੇਂ ਬਾਬਾ ਅਮਰਦਾਸ ਨੇ ਉਸ ਬੱਚੀ ਦੇ ਸਾਹਮਣੇ ਚੌਂਕੜਾ ਲਾ ਕੇ ਆਸਣ ਲਾ ਲਿਆ ਤੇ ਬੀਬੀ ਵੀ ਸ਼ਾਂਤ ਚਿੱਤ ਆਪਣੇ ਸੁਭਾਅ ਅਨੁਸਾਰ ਜਾਪ ਕਰਦੀ ਰਹੀ। ਜਪਜੀ ਸਾਹਿਬ ਦਾ ਜਾਪ ਸੰਪੂਰਨ ਹੋਇਆ ਤੇ ਗੁਰੂ ਅਮਰਦਾਸ ਨੇ ਪੁੱਛਿਆ, ਪੁੱਤਰੀ ਇਹ ਜਿਹੜੀ ਕਲਾਮ ਤੂੰ ਪੜ੍ਹੀ ਆ, ਇਹ ਕਲਾਮ ਕਿਸ ਦੀ ਆ, ਇਹ ਜਾਪ ਕਿਹਦਾ ਹੈ? ਉਹਨਾਂ ਕਿਹਾ ਇਹ ਸਾਡੇ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਹੁਣ ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮੈਨੂੰ ਗੁਰੂ ਨਾਨਕ ਸਾਹਿਬ ਨੂੰ ਮਿਲਾ ਸਕਦੇ ਹੋ? ਮੈਨੂੰ ਇੰਨੇ ਸਾਲਾਂ ਦੀ ਯਾਤਰਾ ਦੇ ਵਿੱਚ ਕਦੇ ਸਕੂਨ ਨਹੀਂ ਮਿਲਿਆ, ਸਾਰੀ ਰਾਤ ਬੇਚੈਨੀ ਰਹੀ। ਅੱਜ ਮੈਨੂੰ ਇਹ ਪਾਠ ਸੁਣ ਕੇ ਬੜਾ ਹੀ ਸਕੂਨ ਮਿਲਿਆ ਤੇ ਜਿਸ ਬਾਬੇ ਦੀ ਇਹ ਬਾਣੀ ਹੈ ਉਹਦੇ ਦਰਸ਼ਨ ਕਰਕੇ ਕਿੰਨਾ ਸਕੂਨ ਮਿਲੇਗਾ। ਕਹਿੰਦੇ ਉਹਨਾਂ ਦੀ ਗੱਦੀ ਤੇ ਸਾਡੇ ਪਿਤਾ ਜੀ ਬਿਰਾਜਮਾਨ ਹਨ। ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀ ਅਮਰੋ ਦੇ ਨਾਲ ਗਏ ਤੇ ਜਦੋਂ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਪਹੁੰਚੇ ਨਾ, ਤੇ ਗੁਰੂ ਅਮਰਦਾਸ ਪਾਤਸ਼ਾਹ ਬਾਹਰ ਰੁਕ ਗਏ ਕਿ ਪਹਿਲਾਂ ਪੁੱਤਰੀ ਅੰਦਰ ਜਾਏਗੀ। ਜਦੋਂ ਅੰਦਰ ਗਈ ਬੀਬੀ ਅਮਰੋ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਆਖਣ ਲੱਗੇ, ਬੇਟਾ ਜਿਹਨੂੰ ਨਾਲ ਲੈ ਕੇ ਆਈਏ ਬਾਹਰ ਨਹੀਂ ਘਲਿਆਰ ਕੇ ਆਈਦਾ, ਅੰਦਰ ਲੈ ਆਈਦਾ। ਤੇ ਗੁਰੂ ਸਾਹਿਬ ਨੇ ਸੁਣ ਲਿਆ ਕਿ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ। ਜਦੋਂ ਗੁਰੂ ਅਮਰਦਾਸ ਅੰਦਰ ਗਏ ਤੇ ਕੁੜਮਾਚਾਰੀ ਉੱਠ ਕੇ ਮਿਲਣ ਵਾਸਤੇ ਗੁਰੂ ਅੰਗਦ ਦੇਵ ਸਾਹਿਬ ਜੀ ਖੜੇ ਹਨ, ਪਰ ਬਾਬਾ ਅਮਰਦਾਸ ਇੱਕਦਮ ਡੰਡਾਉਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਟੇ ਹੋਏ ਦਰਖਤ ਦੀ ਤਰ੍ਹਾਂ ਇੱਕਦਮ ਚਰਨਾਂ ਤੇ ਢਹਿ ਪਏ। ਚਰਨ ਪਕੜ ਕੇ ਨੇਤਰ ਸੇਜਲ ਕਰਕੇ ਆਖਿਆ, ਸਤਿਗੁਰੂ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਇੱਕ ਸੇਵਕ ਬਣ ਕੇ ਆਇਆ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਅੱਜ ਸਾਡੇ ਵਿੱਚ ਕਿੱਡਾ ਵੱਡਾ ਫਰਕ ਹੈ। ਅੱਜ ਬੰਦਾ ਆਖ ਦਿੰਦਾ ਅਸੀਂ ਤੇ ਮੁੰਡੇ ਵਾਲੇ, ਉਹ ਤੇ ਕੁੜੀ ਵਾਲੇ ਆ। ਮੁੰਡੇ ਵਾਲਾ ਹੋ ਕੇ ਬੰਦਾ ਆਕੜ ਕੇ ਤੁਰਦਾ। ਅੱਜ ਸਾਡੇ ਸਮਾਜ 'ਚ ਕਿੱਡੀਆਂ ਕੁਰੀਤੀਆਂ ਚੱਲਦੀਆਂ ਆ ਰਹੀਆਂ। ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਹਟ ਕੇ ਬੇਨਤੀ ਕਰਾਂ, ਵਿਸ਼ਾ ਚੱਲ ਪਿਆ। ਅੱਜ 100-150 ਬੰਦਾ ਬਰਾਤ ਦਾ ਜਾਂਦਾ। ਇਹਦਾ ਕਾਰਨ ਪਤਾ ਕੀ ਹੁੰਦਾ ਸੀ? ਮੁਗਲਈ ਸਲਤਨਤ ਦਾ ਰਾਜ ਹੁੰਦਾ ਸੀ, ਉਦੋਂ ਡੋਲੇ ਲੁੱਟ ਲਿਆ ਕਰਦੇ ਸੀ। ਉਦੋਂ ਚੰਗੇ ਚੰਗੇ ਯੋਧੇ ਨਾਲ ਲਿਜਾਏ ਜਾਂਦੇ ਸੀ ਬਰਾਤ ਦੀ ਰਾਖੀ ਵਾਸਤੇ। ਪਰ ਅੱਜ ਕਿਹੜਾ ਖਤਰਾ ਹੈ? ਅੱਜ ਵੀ 100-150 ਬੰਦਾ ਅਗਰੇ ਦਾ ਉਜਾੜਾ ਕਰਨ ਵਾਸਤੇ ਨਾਲ ਲਿਜਾਇਆ ਜਾਂਦਾ ਹੈ। ਉਦੋਂ ਨਾਲ ਜਿਹੜਾ ਹਰ ਬੰਦਾ ਸ਼ਸਤਰਧਾਰੀ ਹੁੰਦਾ ਸੀ ਤੇ ਵਿਆਹ ਵਾਲਾ ਮੁੰਡਾ ਵੀ ਕਿਰਪਾਨ ਫੜ ਕੇ ਜਾਂਦਾ ਸੀ, ਤੇ ਕਿਰਪਾਨ ਤੇ ਅੱਜ ਵੀ ਫੜੀ ਹੁੰਦੀ ਆ। ਪਰ ਅਸਲ ਦੇ ਵਿੱਚ ਉਹ ਕਿਰਪਾਨ ਵੀ ਵੇਖੀ ਜਾਵੇ ਨਾ ਉਹਨੂੰ ਧਾਰ ਹੁੰਦੀ, ਨਾ ਉਹਦਾ ਕੋਈ ਮਤਲਬ ਹੁੰਦਾ, ਤੇ ਉਹ ਵਿਆਹ ਵਾਲੇ ਮੁੰਡੇ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਕਿਰਪਾਨ ਮਿਆਨ 'ਚੋਂ ਕਿਵੇਂ ਕੱਢੀ ਜਾਂਦੀ ਆ। ਤੇ ਇੱਕ ਉਹ ਵਿਆਹ ਵਾਲੇ ਮੁੰਡੇ ਦੇ ਨਾਲ ਅੱਜ ਵੀ ਸਰਬਾਲਾ ਹੁੰਦਾ ਹੈ। ਆਪਾਂ ਨੂੰ ਪਤਾ ਸਰਬਾਲੇ ਦਾ ਮਤਲਬ ਕੀ ਹੁੰਦਾ? ਇੱਕ ਵਰ ਤੇ ਇੱਕ ਬਾਲਾ ਹੁੰਦਾ ਹੈ। ਵਰ ਕਹਿੰਦੇ ਹਨ ਵਿਆਹ ਵਾਲੇ ਮੁੰਡੇ ਨੂੰ ਤੇ ਬਾਲਾ ਕਹਿੰਦੇ ਹਨ ਲੜਕੀ ਨੂੰ। ਉਸ ਸਮੇਂ ਕੀ ਹੁੰਦਾ ਸੀ, ਜਦੋਂ ਡੋਲੇ ਲੁੱਟੇ ਜਾਂਦੇ ਸੀ ਤੇ ਸਭ ਤੋਂ ਪਹਿਲਾਂ ਜਿਹੜਾ ਵਿਆਹ ਵਾਲਾ ਮੁੰਡਾ ਉਹੀ ਅੱਗੇ ਹੁੰਦਾ ਸੀ।
ਤੇ ਕਈ ਵਾਰੀ ਉਹ ਵਿਆਹ ਵਾਲਾ ਲੜਕਾ ਮਾਰਿਆ ਜਾਂਦਾ ਸੀ। ਤੇ ਜਿਹੜੀ ਉਹ ਵਿਆਹ ਵਾਲੀ ਲੜਕੀ ਹੁੰਦੀ ਸੀ ਮੂੰਹ ਢੱਕਿਆ ਹੁੰਦਾ ਸੀ, ਡੋਲੇ ਵਿੱਚ ਹੁੰਦੀ ਸੀ, ਦਿਖਾਇਆ ਤੇ ਜਾਂਦਾ ਨਹੀਂ ਸੀ। ਅੱਜ ਵਾਲਾ ਸਮਾਂ ਤੇ ਹੈ ਨਹੀਂ ਸੀ ਕਿ ਲੜਕੇ ਨੇ ਲੜਕੀ ਵੇਖੀ ਤੇ ਲੜਕੇ ਨੇ ਲੜਕਾ ਵੇਖ ਲਿਆ ਵੀ ਕੌਣ ਹੈ, ਪਤਾ ਨਹੀਂ ਸੀ ਹੁੰਦਾ। ਤੇ ਉਸ ਸਮੇਂ ਉਹਦਾ ਹੀ ਹਮ ਉਮਰ ਜਿਹੜਾ ਨਾ ਇੱਕ ਸਰਬਾਲੇ ਦੇ ਤੌਰ ਤੇ ਨਾਲ ਲਿਜਾਇਆ ਜਾਂਦਾ ਸੀ। ਉਹਦਾ ਨਜ਼ਦੀਕੀ ਰਿਸ਼ਤੇਦਾਰ, ਮਾਮੇ ਦਾ, ਭੂਆ ਦਾ, ਮਾਸੀ ਦਾ ਪੁੱਤਰ, ਜਿਹੜਾ ਕੋਈ ਉਹਦਾ ਰਿਸ਼ਤੇ 'ਚੋਂ ਭਰਾ ਲੱਗਦਾ ਹੋਵੇ, ਤੇ ਉਹਨੂੰ ਬਰਾਤ ਦੇ ਪਿੱਛੇ ਰੱਖਿਆ ਜਾਂਦਾ ਸੀ ਕਿ ਜੇ ਕਿਤੇ ਇਹ ਮਾਰਿਆ ਗਿਆ ਨਾ ਤੇ ਉਹ ਜਿਹੜੀ ਕੁੜੀ ਆ ਉਹਦਾ ਵਿਆਹ ਉਹਦੇ ਨਾਲ ਕਰ ਦਿੱਤਾ ਜਾਏਗਾ, ਉਹਦੇ ਨਾਲ ਤੋਰ ਦਿੱਤੀ ਜਾਏਗੀ। ਉਹਨੂੰ ਦੱਸਿਆ ਹੀ ਨਹੀਂ ਜਾਏਗਾ ਕਿ ਉਹ ਮਾਰਿਆ ਗਿਆ, ਇਹ ਦੱਸਿਆ ਜਾਏਗਾ ਤੇਰਾ ਇਸੇ ਨਾਲ ਹੀ ਵਿਆਹ ਹੋਇਆ ਹੈ। ਪਰ ਅੱਜ ਅਸੀਂ ਬੜੇ ਖੁਸ਼ੀ ਦੇ ਨਾਲ ਇੱਕ ਛੋਟਾ ਜਿਹਾ 10 ਕੁ ਸਾਲ ਦਾ ਸਰਬਾਲਾ ਨਾਲ ਤਿਆਰ ਕੀਤਾ ਹੁੰਦਾ, ਅਸਲ ਦੇ ਵਿੱਚ ਤੇ ਬਦਸ਼ਗਨੀ ਆ ਨਾ। ਅਸੀਂ ਕੀ ਸੋਚਦੇ ਹਾਂ ਕਿ ਜੇ ਇਹ ਜਿਹੜੇ ਭਰਾ ਦਾ ਵਿਆਹ ਜੇ ਮਰ ਜੂਗਾ ਤੇ ਆਪਾਂ ਇਹ ਲੜਕੀ ਇਹਦੇ ਨਾਲ ਤੋਰ ਦੇਵਾਂਗੇ। ਕੌੜਾ ਸੱਚ ਤੇ ਇਹ ਹੈ ਨਾ, ਕਿੱਡੀ ਵੇਖੋ ਇਹ ਹਾਸੋਹੀਣੀ ਵਾਲੀ ਗੱਲ ਹੈ, ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ ਕ੍ਰੀਤੀਆਂ ਸੀ ਸਾਡੇ ਸਮਾਜ ਵਿੱਚ, ਸਾਨੂੰ ਇਹਨਾਂ ਨੂੰ ਕੱਢਣਾ ਚਾਹੀਦਾ ਸੀ। ਪਰ ਅਸੀਂ ਪਹਿਲਾਂ ਤੋਂ ਸਾਈਆਂ ਲਾਈਆਂ ਹੁੰਦੀਆਂ ਕਿ ਫਲਾਨਾ ਆਪਣੇ ਮਾਮੇ ਦੇ ਵਿਆਹ 'ਚ ਇਹ ਮੁੰਡਾ ਸਰਬਾਲਾ ਬਣੂਗਾ, ਆਪਣੇ ਫਲਾਣੇ ਦੇ ਵਿਆਹ ਚਾਚੇ ਦੇ ਮੁੰਡੇ 'ਚ ਵਿਆਹ 'ਚ ਸਰਬਾਲਾ ਬਣੂਗਾ। ਤੇ ਜੇ ਇੱਥੇ ਸੱਚਾਈ ਦੱਸ ਦਿੱਤੀ ਜਾਵੇ ਕਿ ਕੀ ਚਾਹੁੰਦਾ ਕਿ ਉਹ ਮਰ ਜਾਏਗਾ ਤੇ ਫਿਰ ਇਹ ਜਿਹੜੀ ਇਹ ਤੇ ਚਾਚੀ ਲੱਗੀ ਇਹਦੇ ਨਾਲ ਇਹਦਾ ਵਿਆਹ ਕਿਵੇਂ ਹੋ ਜਾਏਗਾ। ਅਸਲ 'ਚ ਇਹ ਗੁਰਮੁਖ ਪਿਆਰਿਓ ਸਾਡੇ ਸਮਾਜ ਦੀਆਂ ਕ੍ਰਿਤੀਆਂ ਸੀ, ਅਸੀਂ ਇਹਨਾਂ ਨੂੰ ਕੱਢ ਨਹੀਂ ਸਕੇ, ਅਸੀਂ ਇਹਨਾਂ ਨੂੰ ਅਪਣਾ ਕੇ ਬੈਠ ਗਏ। ਸੋ ਅੱਜ ਦੇ ਵਿਸ਼ੇ ਵੱਲ ਮੈਂ ਤੁਹਾਨੂੰ ਫਿਰ ਲੈ ਕੇ ਆਵਾਂ, ਸਮਾਂ ਤੇ ਸਮਾਪਤ ਹੈ, 2-4 ਮਿੰਟ ਦੀ ਮੈਂ ਸਮਾਪਤੀ ਵੱਲ ਆਵਾਂਗੇ। ਗੁਰੂ ਅਮਰਦਾਸ ਪਾਤਸ਼ਾਹ ਦਰਸ਼ਨ ਕਰਨ ਆਏ ਸੀ ਤੇ ਕੁੜਮਾਂ ਦੇ ਪਿੰਡ ਆ ਕੇ, ਭਰਾ ਦੇ ਕੁੜਮ ਦੇ ਪਿੰਡ ਆ ਕੇ ਪੱਕੇ ਹੀ ਰਹਿ ਗਏ, ਦੁਬਾਰਾ ਵਾਪਸ ਗਏ ਨਹੀਂ। ਤੇ ਕਰਦੇ ਕੀ ਰਹੇ, ਮੋਢੇ ਤੇ ਜਲ ਦੀ ਗਾਗਰ ਢੋ ਕੇ 12 ਸਾਲ ਸੇਵਾ ਕੀਤੀ। ਕਿਹੜੀ ਉਮਰ 'ਚ, ਜਦੋਂ ਆਪਾਂ ਕਹਿੰਦੇ ਬਾਪੂ ਦਾ ਆਰਾਮ ਕਰਨ ਦਾ ਵੇਲਾ ਹੈ। 70 ਸਾਲ ਦੀ ਉਮਰ 'ਚ ਬਿਆਸਾ ਦਰਿਆ ਤੋਂ ਜਲ ਲੈ ਕੇ ਆਉਣਾ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਇਸ਼ਨਾਨ ਕਰਾਉਣਾ। ਔਰ ਸਾਲ ਬਾਅਦ ਕੀ ਮਿਲਦਾ ਹੁੰਦਾ ਸੀ, ਇੱਕ ਸਿਰੋਂ ਪਾਓ ਮਿਲਿਆ ਕਰਦਾ ਸੀ। ਉਹ ਸਿਰੋਂ ਪਾਓ ਨੂੰ ਕੋਈ ਵਿਦਵਾਨ ਕਹਿੰਦਾ ਸਿਰ ਤੇ ਬੰਨ੍ਹਦੇ ਸੀ, ਕੋਈ ਕਹਿੰਦਾ ਕਮਰ ਨਾਲ ਬੰਨ੍ਹਦੇ ਸੀ। ਲੱਕ ਨਾਲ ਬੰਨ੍ਹਣ ਵਾਲਾ ਜਾਂ ਸਿਰ ਤੇ ਸਜਾਉਣ ਵਾਲਾ 1.5-2 ਮੀਟਰ ਦਾ ਕੱਪੜਾ ਜ਼ਰੂਰ ਹੋਏਗਾ, ਜਿਹਨੂੰ ਅੱਜ ਸਿਰੋਂ ਪਾਓ ਆਖਿਆ ਜਾਂਦਾ। ਤੇ ਅੱਜ ਸਿਰੋਂ ਪਾਓ ਦੀ ਮਹਾਨਤਾ ਆਪਣੇ ਪੰਥ 'ਚ ਕਿੰਨੀ ਕੁ ਰਹਿ ਗਈ ਆ। ਅੱਜ ਹਰ ਰਾਜਨੀਤਿਕ ਵਾਲਾ ਬੰਦਾ ਆਪਣੇ ਆਪਣੇ ਸਰੋਪੇ ਬਣਾ ਕੇ ਬਹਿ ਗਿਆ। ਜਿਹੜਾ ਵੀ ਆਇਆ, ਅੱਧਿਆਂ ਨੂੰ ਬੋਲਣਾ ਨਹੀਂ ਆਉਂਦਾ, ਬੁਲੇ ਸੋਹਣਿਆਲ ਹੀ ਬੋਲਦੇ ਆ, ਬੁਲੇ ਸੋਹਣਿਆਲ ਬੋਲ ਕੇ ਗਲ 'ਚ ਪਾ ਦਿੰਦੇ ਆ ਤੇ ਉਹ ਸਰੋਪੇ ਪਾਈ ਜਾਂਦੇ ਆ। ਸਰੋਪੇ ਦੀ ਬੜੀ ਵੱਡੀ ਮਹਾਨਤਾ ਹੁੰਦੀ, ਕੋਈ ਵਿਸ਼ੇਸ਼ ਤੌਰ 'ਤੇ ਸੇਵਾ ਕੀਤੀ ਜਾਏ, ਇਹਨੂੰ ਸਰੋਪਾਓ ਪ੍ਰਾਪਤ ਹੁੰਦਾ। ਮੈਂ ਤੁਹਾਨੂੰ ਸੰਗਤ ਨੂੰ ਵੀ ਬੇਨਤੀ ਕਰਦਾ, ਜੇ ਕਿਤੇੋਂ ਗੁਰੂ ਘਰ ਤੋਂ ਸਿਰੋਂ ਪਾਓ ਪ੍ਰਾਪਤ ਹੋਵੇ ਨਾ, ਉਹਨੂੰ ਹੰਡਾਇਆ ਕਰੋ, ਉਹਨੂੰ ਸੀਸ 'ਤੇ ਜ਼ਰੂਰ ਸਜਾਇਆ ਕਰੋ, ਜ਼ਰੂਰ ਬੰਨ੍ਹਿਆ ਕਰੋ। ਮੈਨੂੰ ਕਈ ਵਾਰੀ ਵਿਚਾਰ ਹੁੰਦੀ ਆ, ਕਈ ਵਾਰੀ ਕਹਿ ਦਿੰਦੇ ਆ ਕਿ ਜਿੰਨੀਆਂ ਸਤਿਗੁਰ ਦੀ ਕਿਰਪਾ ਨਾਲ ਹੁਣ ਜਦੋਂ ਜਾਈਦਾ ਸੇਵਾ ਤੇ ਕਥਾ ਵਗੈਰਾ ਲਈ ਜਾਈਦਾ, ਤੇ ਪ੍ਰੇਮੀ ਸਿੰਘ ਜਿੱਥੇ ਜਾਈ ਉਹਨਾਂ ਨੇ ਕਹਿਣਾ ਜੀ ਦਸਤਾਰ ਲੈ ਆਏ ਬਾਬਾ ਜੀ ਵਾਸਤੇ। ਤੇ ਮੈਂ ਜਦੋਂ ਦਸਤਾਰ ਲਿਆਂਦੀ ਉਦੋਂ ਕਹੀਦਾ ਇਹਨੂੰ ਸਵਾ ਲਓ। ਘਰ ਜਾਈਏ ਪਰਿਵਾਰ ਉਸ ਵੇਲੇ ਕਹਿਣਗੇ ਅੱਛਾ ਇਹ ਸਰੋਪਾ ਮਿਲਿਆ, ਇਹਨੂੰ ਸਵਾ ਕੇ ਲੈ ਆਓ। ਤੇ ਕਹਿਣਗੇ ਜਿੰਨੀਆਂ ਦਸਤਾਰਾਂ ਮਾਤਾ ਜੀ ਕਹਿਣਗੇ ਜਿਹੜੀ ਸਰੋਪਾ ਮਿਲਿਆ ਦਸਤਾਰ ਉਹਨੂੰ ਜ਼ਰੂਰ ਸਵਾਉਣਾ, ਉਹਨੂੰ ਜ਼ਰੂਰ ਬੰਨਣਾ ਸਿਰ ਦੇ ਉੱਤੇ, ਕਿਉਂਕਿ ਜਿਹੜਾ ਸਰੋਪਾਓ ਮਿਲਿਆ ਨਾ ਉਹਨੂੰ ਗੁਰਮੁਖੋ ਹੰਡਾਉਣਾ, ਉਹਨੂੰ ਸਜਾਉਣਾ ਸਿਰ 'ਤੇ ਬੜਾ ਜ਼ਰੂਰੀ ਹੈ, ਕਿਉਂਕਿ ਇਹ ਗੁਰੂ ਦਾ ਤਾਜ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਇਹਨੂੰ ਹਰ ਬੰਦੇ ਨੂੰ ਸਿਰ 'ਤੇ ਅਸੀਂ ਬੰਨਣਾ ਚਾਹੀਦਾ। ਅਸੀਂ ਕੀ ਕਰਦੇ ਹਾਂ, ਸਰੋਪਾਓ ਸਾਹਿਬ ਮਿਲਿਆ, ਉਹਨੂੰ ਕਾਰ ਦੀ ਪਿਛਲੀ ਸੀਟ ਦੇ ਉੱਤੇ ਵਗਾ ਕੇ ਮਾਰਿਆ। ਗੁਰੂ ਦੀ ਬਖਸ਼ਿਸ਼ ਨੂੰ ਆਪਾਂ ਵਗਾ ਕੇ ਸੁੱਟ ਦਿੰਦੇ ਹਾਂ, ਕਦੇ ਡਿੱਗੀ ਦੇ ਵਿੱਚ ਸੁੱਟ ਦਿੰਦੇ ਹਾਂ, ਤੇ ਫਿਰ ਗੁਰੂ ਦੇ ਸਰੋਪੇ ਦੀ ਕਦਰ ਨਹੀਂ ਕਰਾਂਗੇ, ਗੁਰੂ ਸਾਡੀ ਕਦਰ ਨਹੀਂ ਕਰੇਗਾ। ਬਾਬਾ ਬਕਾਲਾ ਸਾਹਿਬ ਤੇ ਦਰਬਾਰ ਸਾਹਿਬ ਜਦੋਂ ਜਾਈਦਾ ਨਾ ਛੁੱਟੀ 'ਚ, ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ 'ਤੇ ਪਹਿਲੀ ਵਾਰ ਅਰਦਾਸ ਕੀਤੀ ਸੀ,
जदों आर्मी 'च ये सेवा लैण वास्ते गए ना तो जलंधर जाके देखा बड़ियां वड्डियां लैणां लगियां तो उत्थे अरदास की, सतगुरु मक्खण शाह दा बेड़ा बन्ने लाया सी, किरपा करके सानू भी अपने चरनां दी सेवा दे दिओ। असी की दे सकते हाँ, तुहाडीआं दित्तियां दातां चों एक अखंड पाठ साहब दी सेवा तुहाडे दरबार च करावांगे। और गुरु ने ऐसी कृपा की। हुण एक अरदास की, महाराज जिन्ना चिर जिंदगी है ना, हर साल तुहाडी कृपा ना तुहाडी शहीदी दा अखंड पाठ करके शहीदी अपने वालों हर साल की सेवा की अरदास की है। गुरुद्वारा दमदमा साहब 6-7 साल तो महाराज सेवा लै रहे आ। मैं तुहानू भी बेनती करा कि जुगती दसा, एक गुरु साहब का गुरपुरब किसी एक गुरुद्वारे चुन लो कि साल का एक अखंड पाठ साहब कराउणा एक गुरु साहब के गुरपुरब के नाँ ते। अज साडे वड्डे वडेरे चले गए, 10वीं तो बाद कौन उन्होंने याद करता। पौने साल का अखंड पाठ करा लेंदे, उस तो बाद कोई नहीं जे याद करता। साडे नाल ही लिखिया होया NOK कौन आ, नैक्सट ऑफ किन कौन आ लिखिया होया ना। तन ते प्राण होत जद न्यारे, टेरत प्रेत पुकार। जदों प्राण निकल गए उदों सारी माया दा, गड्डियां दा, कोठियां दा मालक उस वेले दूसरा काबज हो जाता। कोई नहीं पुछदा फिर के कुछ करना। जिहड़ा तुसीं अपने लिए करके चले जाओगे ना, वो तुहाडे रहिंदी दुनिया तक नाल निभेगा। तुसीं एक गुरु साहब दे नां ते अपने परिवार वल्लों गुरपुरब दा अखंड पाठ मनाउणा शुरू कर जोगे ना, बच्चों नूं लाज रहेगी कि साडा बापू शुरू कर गया सी। आउण वाली कुल दे विच लगातार ही वो शुरू हो जाएगा। जिथे भी तुहाडी रूह किते विचरेगी ना, जे मात पिता सुत मीत ना भाई, मन ऊहां नाम तेरे संग सहाई। ते इधर जदों अरदास होया करेगी ना कि गुरु तेग बहादुर साहब दे अखंड पाठ साहब की सेवा फलानिਆਂ ਵੱਲੋਂ होई तो वह सतगुर तो जानते हैं ना, तो उदों तुहाडी हाज़री लग जाया करेगी। तो एडी वड्डी रहमत मैं तुहानूं एक छोटी जी गल दसदा, जिन्नी वार भी बाबा बकाला साहब गए आ, पता नहीं गुरु की की रहमत उत्थे वरतदी आ। भावें उत्थे कोई सेवा कराइए भावें ना कराइए, जदों मत्था टेक के उठ के तुरन लगीदा ना, भावें वो सिंह जानते होण ते भावें ना जानते होण, उस वेले वो सरोपा साहब एक पतासा लैके खड़े हो जाते आ, तो वो कह लैके आ जाते, ज्ञानी जी आ सरोपा वो साहब लैके जाओ। तो मैनू कई बारी बच्चे कहते आ, बाबा जी हर बारी इत्थों ये सरोपा वो साहब क्यों दिंदे आ? मैं क्या पुत्र ये नहीं दिंदे, ये गुरु तेग बहादुर साहब महाराज आप तुठ करके दिंदे आ, किरपा करके दिंदे आ। इस करके ये हमेशा याद रखो कि गुरु दा जिन्हें एक गुरु दे नां ते खंड पाठ साहब करा दिता ना, उन्होंने लखां खंड पाठ साहब की सेवा का फल प्राप्त हो जाएगा। सो गुरु अमरदास पातशाह जी महाराज ने 12 साल की सेवा की। ते जदों सेवा संपूर्ण होई ना, ते आ रहे सी सतगुरु जी महाराज, ते रस्ते च ठेडा लग्या, जलाहियां ने खड्डी ताणी हुई सी। बच्चों नूं पता नहीं होना खड्डी की हुंदी, जिथे खेस दरिया होने जाते आ। ठेडा लग्या, बजुर्ग अवस्था सी, डिग पे, कौतक वरत्या। ते जलाहा कहंदा कौन है रात जिहड़ा खड्डी च टक्करा मार रहा? जलाही कहंदी चुपचाप सौ जाओ। कौन होएगा? अमरू नथावा, ना घर ना घाट आ, खड्डी च टक्करा मारदा फिरदा, कुड़मा दे पिंड रात पानी ढोंदा फिरदा। ते गुरु अमरदास पातशाह दे मुख तो शब्द निकले, गुर की निंदा सुने ना कान दे महावाका अनुसार। कहंदे ओ झल्लीए, नथावा हुंदा सी मैं पहला, हुण मैं नथावा नहीं, हुण मैं थां वाला हाँ। हुण मेरा रखवाला गुरु अंगद दे पातशाह है। ते जदों आके पहुँचे ना, गागर डिगण नहीं दिती सतगुरां ने। जदों गुरु अंगद दे पातशाह ने इशनान कर लिया, ते कहंदे अमरदास अज की बचन कर आए? ते हाथ जोड़ के खड़ गए। कहंदे बाबा जी बचन तो कुछ इस तरह नहीं, कहंदे तुसी की आख्या? पिछे वेखो जलाई खड़ी जे। कहंदे महाराज उन्हें तुहाडे वास्ते बचन कहे सी, मैनू क्या नगुरा। ते उस समय फिर मेरे मुख तो शब्द निकल गए कि नथावा क्या? मैं क्या हुण मैं नथावा नहीं, हुण मैं थां वाला हाँ। तुहाडी नरादरी लगी मैनू ते मैं कह दिता झल्लीए। कहंदे वो झल्ली होई, फिर देखो वाल खिल रहे आ। 2 जलायां ने पकड़िया होया सी।
गुरु अमरदास पातशाह चरना ते ढह पे, महाराज किरपा कर दिओ, इनू चेतनता बख्शो। जलाही नू ठीक कीता, एक एक रमाल दी गंढ खोलन लगे गुरु अंगद देव पातशाह। फिर एक एक बचन करन लगे, निमाणिया दे मान गुरु, निताणिया दे ताण गुरु, निओटिया दी ओट गुरु, निपत्तियां दी पत गुरु, निगत्तियां दी गत गुरु, नितिरियां दी तिर गुरु, निआसरियां दे आसरे गुरु। 12 वर दिते गुरु अंगद देव पातशाह ने, ते गुरता गद्दी गुरु अमरदास पातशाह जी महाराज नू बख्शिश कीती। सो गुरु अमरदास पातशाह जी महाराज कुल 95 साल 3 महीने ते 26 दिन दी आरजू, 22 साल ते 6 महीने गुरियाई दी सेवा करके 1 सितंबर 1574 ईस्वी नू सतगुर महाराज ज्योति जोत समाए। उस समय अकबर बादशाह दा शासन सी। अकबर बादशाह भी एक बारी पता लग्या भी गुरु अमरदास पातशाह ने बड़ियां फौजां रख लईयां, बौली का निर्माण करा लिया। बौली का निर्माण क्यों कराया सी? उस समय जात पात का बड़ा बोलबाला सी, ते अकबर बादशाह आप वेखण वास्ते आया। जदों पहुँचिया ना ते संगतां नूं कहंदे गुरु नानक दी गद्दी दे गुरु दे दर्शन करने गोइंदवाल साहब आया, क्योंकि गुरु अंगद देव पातशाह ने आख दिता सी हुण इत्थे ना रुकियो, हुण इत्थे साडे पुत्तर विरोध करनगे दातू जी दासू जी। ते जदों बाबा दातू ने ठुड मारिया ना गुरु अमरदास नूं, ते उस समय एकदम पैर फड़ के मत्था टेक दिता। कहंदे तुसीं साडे गुरु पुत्तर हो, मेरे हड्ड बड़े सख्त हो गए आ, बुढ़ापे च किते सट ते नहीं लगी। ते कहंदे इसे करके तुसीं साडे बापू कोलों गद्दी लै ली, गुरता गद्दी इसे करके प्राप्त कर ली। ते गुरु अमरदास पातशाह इत्थों जाके ना ते अपने पिंड जाके बैठ गए। हुण बाबा बुढ़ा जी कोल संगतां पहुँच गईयां। कहंदे बाबा जी गुरु लभदा नहीं, गुरु नूं लभो कित्थे आ? क्योंकि पता सी जुगतियां कि बाबा जी लभ सकदे आ, गुरु के वजीर आ। ते बाबा बुढ़ा जी भी आप वड्याई नहीं सी लैंदे हुंदे। उन्होंने गुरु साहब दे घोड़े नूं खोल दिता ते आप पिछे पिछे चल पे। ते जिथे गुरुद्वारा सन साहब है ना, उत्थे अगे तख्ती टंगी हुई सी लिख के कि जिहड़ा दरवाज़ा खोल के अंदर आएगा मेरा सिख नहीं होएगा। बाबा बुढ़ा जी ने पिछों दी जाके सन लाई ते अंदर पहुँच गए, ते जाके चरण फड़ के आख्या महाराज संगतां व्याकुल हो रही, दर्शन दिओ। ते गुरु अमरदास पातशाह कहंदे वेख्या नहीं बाहर की लिखिया? कहंदे महाराज तुसीं क्या दरवाज़ा खोलेगा? सिख नहीं, आपां ते दरवाज़ा खोलिया ही नहीं, असीं ते सन ला के आए इधरों। इसे तरह जदों गुरु अंगद देव पातशाह विराग च आ गए सी, ते गुरु अमरदास बाबा बुढ़ा जी जाके सामने कीर्तन करन लग पे सी, ते कीर्तन सुन के गुरु अंगद देव पातशाह बाहर आ गए सी। अज जदों गोइंदवाल साहब जाके बौली बनाई ना, ते अकबर बादशाह आके पहुँच गया। अकबर बादशाह कहंदा दर्शन करने आ। कहंदे दर्शन करने ते पहला बौली इशनान करना पएगा। बौली साहब गए इशनान करन, वेख्या गरीब अमीर सारे इकट्ठे इशनान कर रहे, खतरी ब्राह्मण सूद वैश। अद्धा हंकार अकबर दा इत्थे खत्म हो गया। कहंदे चलो इशनान हो गया, हुण कराओ दर्शन। कहंदे पहले पंगत पाछे संगत। उस समय रोटी दे लाले पैंदे हुंदे सी, पता नहीं प्रशादा मिलेगा कि नहीं मिलेगा, भुखमरी इन्नी हुंदी सी। ते उस समय कहंदे पहले पंगत च प्रशादा छकना पएगा। उस समय जदों सारा दिन बंदा एक रोटी ते मजदूरी कर जांदा सी, ते उदों गुरु दा हुक्म ये सी कि मेरे दर्शन उहनूं होणगे जिहड़ा पहला लंगर छक के आएगा। जदों जाके लंगर दे विच बैठा अकबर, की देखिया सारे अमीर गरीब बराबर बैठे हुए, खतरी ब्राह्मण सूद वैश्य हिंदू मुसलमान सारे बराबर बैठे है, ते गुरु रूप साध संगत कह के लंगर छकाया जा रहा। अकबर दा हंकार सारा ही दूर हो गया। वो कन्ना दा कच्चा बादशाह नहीं सी, आप देखदा हुंदा सी। मैं ते अपने आर्मी वाले वीरां नूं भी कहना हुन्ना कि जे तुहाडे कोई कन्न भरदा ना, अज चुगली दा बहुता ही ज़्यादा रिवाज हो गया। अज तो ना एक मोबाइल का इन्ना रिवाज आ
ਇੱਥੇ ਮੱਖਣ ਸਿੰਘ ਕੰਮ ਕਰ ਰਿਹਾ ਹੋਏਗਾ ਤੇ ਦੱਖਣ ਸਿੰਘ ਫੋਟੋ ਖਿੱਚ ਕੇ ਪਾ ਦੇਗਾ ਕਿ ਸਾਹਿਬ ਜੀ ਉੱਥੇ ਫਲਾਨਾ ਕੰਮ ਨੇਪਰੇ ਚੜ ਗਿਆ ਜੇ, ਹੋ ਗਿਆ ਜੇ। ਅੱਜ ਇੰਨਾ ਚੁਗਲੀ ਦਾ ਰੀਤੀ ਰਿਵਾਜ ਹੋ ਗਿਆ। ਅੱਜ ਮੈਂ ਕਹਿੰਦਾ ਅਕਬਰ ਬਾਦਸ਼ਾਹ ਕੋਲੋਂ ਹੀ ਕੁਝ ਸਿੱਖ ਲਓ। ਅਕਬਰ ਬਾਦਸ਼ਾਹ ਸੁਣਦਾ ਹੀ ਨਹੀਂ ਸੀ ਹੁੰਦਾ ਕਿਸੇ ਦੀ। ਉਹਨੂੰ ਕੋਈ ਕਹਿੰਦਾ ਸੀ ਨਾ, ਉਹ ਕਹਿੰਦਾ ਸੀ ਚੰਗਾ ਮੈਂ ਦੇਖ ਲੂੰਗਾ। ਉਹ ਆਪ ਜਾ ਕੇ ਦੇਖਣ ਗਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ ਹੋ ਕੀ ਰਿਹਾ। ਤੇ ਜਦੋਂ ਵੇਖਿਆ ਉਹਨੇ ਬੌਲੀ ਇਸ਼ਨਾਨ ਵੀ ਕਰ ਲਿਆ ਤੇ ਉਸ ਤੋਂ ਬਾਅਦ ਹੀ ਪ੍ਰਸ਼ਾਦਾ ਵੀ ਛਕ ਲਿਆ ਤੇ ਪ੍ਰਸ਼ਾਦਾ ਛਕ ਕੇ ਹੰਕਾਰ ਹੋ ਗਿਆ ਦੂਰ। ਤੇ ਜਦੋਂ ਜਾ ਕੇ ਫਿਰ ਗਿਆ ਦਰਸ਼ਨਾਂ ਨੂੰ, ਮੋਹਰਾਂ ਦੀਆਂ ਥਾਲੀਆਂ ਭਰ ਕੇ ਟੇਕਿਆ ਮੱਥਾ। ਕਹਿੰਦਾ ਸਤਿਗੁਰੂ ਜਗੀਰ ਲਾਉਣੀ ਆ ਗੁਰੂ ਕੇ ਲੰਗਰਾਂ ਦੇ ਨਾਂ। ਮਹਾਰਾਜ ਕਹਿੰਦੇ ਨਹੀਂ, ਇਹ ਲੰਗਰ ਜਗੀਰਾਂ ਨਾਲ ਨਹੀਂ ਚੱਲਦੇ, ਇਹ ਲੰਗਰ ਤੇ ਸੰਗਤ ਦੇ ਦਸਵੰਧ ਨਾ ਤਿਲ ਫੁੱਲ ਭੇਟਾ ਦੇ ਨਾਲ ਚੱਲਦੇ ਹਨ। ਇੱਥੇ ਇਸ ਚੀਜ਼ ਦੀ ਲੋੜ ਨਹੀਂ ਆ। ਤੇ ਉਸ ਫਿਰ ਵੀ ਅਕਬਰ ਬਾਦਸ਼ਾਹ ਨੇ ਕਾਫੀ ਧਨ ਜਿਹੜਾ ਜਾਇਦਾਦ ਜਗੀਰ ਹੈ ਉਹ ਸ਼ਰਧਾ ਵਸ ਹੋ ਕੇ ਗੁਰੂ ਘਰਾਂ ਦੇ ਨਾਮ ਤੇ ਲਾਈ ਸੀ। ਉਹ ਇੱਕ ਸ਼ਰਧਾਵਾਨ ਬਾਦਸ਼ਾਹ ਸੀ। ਮੈਨੂੰ ਕਈ ਲੋਕ ਅੱਜ ਕਹਿ ਦਿੰਦੇ ਆ ਕਿ ਅਕਬਰ ਨੇ ਇੱਕ ਦੀਨ ਇਲਾਹੀ ਧਰਮ ਚਲਾਇਆ ਸੀ, ਉਹਦੇ ਨਾਲ ਉਹ ਖਤਮ ਹੋ ਗਿਆ। ਖਤਮ ਅਕਬਰ ਦੇ ਨਾਲ ਧਰਮ ਨਹੀਂ ਹੋਇਆ, ਸਾਡੀ ਸੋਚ ਖਤਮ ਹੋ ਗਈ, ਸਾਡੀ ਸੋਚ ਨੈਗੇਟਿਵ ਹੋ ਗਈ ਕਿ ਅੱਜ ਦੀਨ ਇਲਾਹੀ ਧਰਮ ਨਹੀਂ ਚੱਲ ਰਿਹਾ। ਕਿਉਂਕਿ ਇਹ ਦੀਨ ਇਲਾਹੀ ਧਰਮ ਜੇ ਅੱਜ ਕਿਸੇ ਸਿੱਖ ਨੇ ਚਲਾਇਆ ਹੁੰਦਾ ਅਸੀਂ ਕਹਿਣਾ ਸੀ ਅੱਜ ਵੀ ਚੱਲ ਰਿਹਾ। ਜੇ ਕਿਸੇ ਹਿੰਦੂ ਨੇ ਚਲਾਇਆ ਹੁੰਦਾ ਤੇ ਅਸੀਂ ਕਹਿਣਾ ਸੀ ਅੱਜ ਵੀ ਚੱਲ ਰਿਹਾ। ਜੇ ਕਿਸੇ ਹੋਰ ਨੇ ਚਲਾਇਆ ਹੁੰਦਾ ਅਸੀਂ ਕਹਿਣਾ ਅੱਜ ਵੀ ਚੱਲ ਰਿਹਾ। ਕਿਉਂਕਿ ਉਹ ਮੁਸਲਮਾਨ ਨੇ ਚਲਾਇਆ, ਇੱਥੋਂ ਚਲੇ ਗਏ, ਅਸੀਂ ਕਹਿੰਦੇ ਉਹ ਖਤਮ ਹੋ ਗਿਆ। ਦੀਨ ਇਲਾਹੀ ਧਰਮ ਹੈ ਕੀ ਸੀ? ਦੀਨ ਇਲਾਹੀ ਧਰਮ ਵਿੱਚ ਕੀ ਸੀ? ਉਹਨੇ ਸਾਰੇ ਧਰਮਾਂ ਦੇ ਚੰਗੇ ਚੰਗੇ ਗੁਣ ਲੈ ਕੇ ਆਪਣੇ ਰਾਜ ਵਿੱਚ ਸ਼ਾਮਲ ਕੀਤੇ ਹੋਏ ਸੀ। ਸਾਰਿਆਂ ਨੂੰ ਬਰਾਬਰ ਸਨਮਾਨ ਜਗ੍ਹਾ ਦਿੱਤੀ ਹੋਈ ਸੀ। ਕਿ ਅੱਜ ਇੰਡੀਅਨ ਆਰਮੀ ਦੇ ਵਿੱਚ ਦੀਨ ਇਲਾਹੀ ਧਰਮ ਨਹੀਂ ਆ? ਇੱਥੇ ਹਿੰਦੂ ਵੀ ਬੈਠਾ, ਮੁਸਲਮਾਨ ਵੀ ਬੈਠਾ, ਸਿੱਖ ਵੀ ਬੈਠਾ, ਈਸਾਈ ਵੀ ਬੈਠਾ। ਆਪਾਂ ਸਾਰੇ ਬਰਾਬਰ ਇੱਕ ਹੀ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਵੀ ਛਕਦੇ ਹਾਂ, ਇਕੱਠੇ ਆਪਾਂ ਟ੍ਰੇਨਿੰਗ ਵੀ ਕਰਦੇ ਹਾਂ, ਇਕੱਠੇ ਡਿਊਟੀਆਂ ਵੀ ਦਿੰਦੇ ਹਾਂ। ਕਿ ਹਿੰਦੁਸਤਾਨ ਦੇ ਵਿੱਚ ਦੀਨ ਇਲਾਹੀ ਧਰਮ ਨਹੀਂ ਆ? ਧਰਮ ਹੈ, ਪਰ ਅਸੀਂ ਕਹਿ ਦਿੰਦੇ ਹਾਂ ਨਹੀਂ ਉਹ ਖਤਮ ਹੋ ਗਿਆ। ਗੁਰਮੁਖੋ ਖਤਮ ਨਹੀਂ ਹੋ ਗਿਆ, ਸਾਡੀ ਸੋਚ ਨੈਗੇਟਿਵ ਹੋ ਗਈ ਆ। ਅਕਬਰ ਨੇ ਦੀਨ ਇਲਾਹੀ ਧਰਮ ਚਲਾਇਆ। ਜਿਹੜਾ ਚੰਗਾ ਬੀਜ ਬੀਜਿਆ ਜਾਏਗਾ ਨਾ ਉਹ ਕਦੇ ਖਤਮ ਨਹੀਂ ਹੁੰਦਾ, ਉਹ ਹਮੇਸ਼ਾ ਰਹਿੰਦਾ ਹੈ। ਅਸੀਂ ਸੋਚਣ ਉਸ ਤਰੀਕੇ ਦੇ ਨਾਲ ਲੱਗ ਪੈਂਦੇ ਹਾਂ। ਸੋ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਬੌਲੀ ਬਣਾਈ ਤੇ ਇੱਥੇ ਸਤਿਗੁਰੂ ਮਹਾਰਾਜ ਨੇ ਲਗਾਤਾਰ ਗਰੀਬਾਂ ਵਾਸਤੇ ਜਿਹੜਾ ਸੀ ਉਹ ਲੰਗਰ ਲਗਾਇਆ। ਸੋ ਅੱਜ ਦਾ ਦਿਹਾੜਾ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਕੋਈ ਬਚਨ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾਂ। ਤਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਸੋ ਗਿਰਦ ਹਮਾਰੇ ਰਾਮ ਕਾਰ, ਦੁਖ ਲਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮੋ ਖਦੀਆ ਏਕਾ ਲਿਵ ਲਾਈ ਰਹਾ।